ठीक है अब आयो जरा एक जी ਇਹ ਥਣਾਂ ਨੂੰ ਖੁਸ਼ਕੀ ਥਣ ਫਟਦੇ ਨੇ ਪਏ ਤੇ ਥਣਾ ਦਾ ਕੀ ਤੁਸੀਂ ਇਲਾਜ ਕਰਦੇ ਹੋ ਅਗਰ ਥਣਾਂ ਦਾ ਕੋਈ ਇਲਾਜ ਨਹੀਂ ਹੈ ਅਗਰ ਡੰਗਰ ਨੂੰ ਅੰਦਰੋਂ ਅਸੀਂ ਤੇਲ ਦਈਏ ਇੱਕ ਪਾਓ ਹਫਤੇ ਦੇ ਵਿੱਚ ਤੇ ਇਹ ਆਟੋਮੈਟਿਕਲੀ ਖਤਮ ਹੋ ਜਾਏਗਾ ਯਾਨੀ ਇਹ ਜਿਹੜਾ ਤੁਹਾਨੂੰ ਦੱਸਿਆ ਕਿ ਇਹਨੂੰ ਖੁਸ਼ਕੀ ਹੈ ਤੇ ਉਹਦਾ ਉਹ ਨਜ਼ਰ ਆ ਰਹੀ ਹੈ ਕਿ ਉਹ ਖੇੜਾ ਜਿਹਾ ਬਣਿਆ ਜੀ ਬਿਲਕੁਲ ਇਹ ਜ਼ਖਮ ਹੋ ਜਾਂਦੇ ਨੇ ਫੁੱਟ ਜਾਂਦੇ ਨੇ ਥਣ ਤੇਲ ਦੇਣਾ ਆਪਣਾ ਆਟੋਮੈਟਿਕਲੀ ਠੀਕ ਹੋ ਜਾਏਗਾ ਅੱਗੇ ਵੀ ਇੰਜ ਹੋਇਆ ਕਦੀ ਅੱਗੇ ਵੀ ਹੁੰਦਾ ਹੈ ਮੈਂ ਹੁਣ ਦਿੱਤਾ ਇਹਨੇ ਕੱਲ ਦਾ ਤੇਲ ਹੈ ਜ਼ਿਆਦਾ ਸੀ ਖੂਨ ਆਉਂਦਾ ਸੀ ਅੱਛਾ ਦੇਖੋ ਖੁਸ਼ਕ ਹੋ ਗਿਆ ਕੱਲ ਪਰਸੋਂ ਦਾ ਤੇਲ ਦਿੱਤਾ ਹੈ ਜ਼ਖਮ ਖੁਸ਼ਕ ਹੋ ਗਿਆ ਠੀਕ ਹੋ ਗਿਆ ਮਜ਼ੀਦ ਇੱਕ ਦੋ ਦਿਨ ਇਹਨੂੰ ਤੇਲ ਹੋਰ ਦਿੱਤਾ ਜਾਏਗਾ ਬਿਲਕੁਲ ਸਹੀ ਹੋ ਜਾਏਗਾ ਮਾਝੇ ਜੀ ਇਹ ਆ ਤਕਰੀਬਨ ਇਹਦਾ ਠੰਡਾ ਕਰਕੇ ਦੁੱਧ 6 ਕਿਲੋ ਹੈ ਪਹਿਲੇ ਟਾਈਮ ਇੱਕ ਟਾਈਮ ਦਾ ਜੀ ਪਹਿਲੇ ਟਾਈਮ ਕਿੰਨਾ ਦਿੰਦੀ ਹੈ ਪਹਿਲੇ ਟਾਈਮ ਉਹ ਇਸ ਤੋਂ ਕਿਲੋ ਕੋ ਜ਼ਿਆਦਾ ਹੁੰਦਾ ਹੈ ਯਾਨੀ 7 ਕਿਲੋ ਉਦੋਂ ਤੇ 6 ਕਿਲੋ ਹੁਣ ਜੀ ਆ 13 ਕਿਲੋ ਇਹਨੂੰ ਅੱਗੋਂ ਵੀ 4 ਮਹੀਨੇ ਹੋ ਗਏ ਜੇ ਸੂਣ ਵਾਲੀ ਨੂੰ ਅੱਛਾ ਦੂਸਰੇ ਸੂਏ ਸੂਈ ਜੇ ਮਾਸ਼ਾਅੱਲਾ ਜ਼ਿੰਦਾਬਾਦ ਕਿੱਥੋਂ ਲੈ ਕੇ ਆਏ ਸੋ ਇਹ ਜਨਾਬ ਖਾਸ ਮੰਡੀ ਆਰਫ ਵਾਲੇ ਤੋਂ ਆਈ ਅੱਛਾ ਤੇ ਕਿੰਨੇ ਦੀ ਲਿਆਂਦੀ ਹਜੇ ਇਹ ਤਕਰੀਬਨ 2.5 ਲੱਖ ਦੀ ਆਈ ਹਜੇ ਉੱਥੋਂ ਜਾ ਕੇ ਜੀ ਤੇ ਹੁਣ ਅਗਰ ਕੋਈ ਲੈ ਤੇ ਕਿੰਨੇ ਦੀ ਵੇਚਦੇ ਹੋ ਹੁਣ ਤੇ ਫਿਲਹਾਲ ਨਹੀਂ ਵਨ ਤੇ ਨਹੀਂ ਹੈ ਖੰਗੜੀ ਏ ਅੱਛਾ ਤੇ ਅਸੀਂ ਵੇਚਦੇ ਨਹੀਂ ਜੇ ਤਿਆਰ ਹੋਵੇ ਤੇ 3.5 ਲੱਖ ਦੀ ਮੱਝ ਮਾਸ਼ਾਅੱਲਾ 3.5 ਤੋਂ 4 ਲੱਖ ਦੀ ਜ਼ਬਰਦਸਤ ਹੈ ਜ਼ਬਰਦਸਤ ਤੇ ਜਦੋਂ ਮੈਂ ਬਿਲਕੁਲ ਸੋਈ ਹੁੰਦੀ ਉਦੋਂ ਕਿੰਨਾ ਦੁੱਧ ਹੁੰਦਾ ਇਹਦਾ ਜ਼ਿਆਦਾ ਉਦੋਂ ਇਹਦਾ ਜ਼ਿਆਦਾ ਇਹ ਬਾਲਟੀ ਯਾਨੀ ਦੁਬਾਰਾ ਰੱਖਣੀ ਪੈਂਦੀ ਸੀ ਥੱਲੇ ਅੱਛਾ ਤਕਰੀਬਨ 8 ਤੋਂ 9 ਕਿਲੋ ਦੁੱਧ ਇੱਕ ਟਾਈਮ ਦਾ ਦਿੰਦੀ ਹੈ ਕੀ ਬਾਤ ਹੈ ਜ਼ਿੰਦਾਬਾਦ ਠੀਕ ਹੋ ਗਿਆ ਯਾਨੀ 20 ਤੱਕ ਟੁਰ ਜਾਂਦੀ ਆਰਾਮ ਨਾਲ ਹਾਂ 20 ਦੇ ਰਾਉਂਡ ਬਾਉਂਡ ਰਹਿੰਦੀ ਹੈ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ ਕਿਸਾਨ ਵੀਰੋ ਅੱਜ ਦੀ ਵੀਡੀਓ ਤੁਸੀਂ ਵੇਖਣੀ ਹੈ ਤੇ ਉਹਦੇ ਤੋਂ ਪਹਿਲੇ ਤੁਸੀਂ ਇਜਾਜ਼ ਸਾਹਿਬ ਦੀਆਂ ਗੱਲਾਂ ਸੁਣੀਆਂ ਵੀ ਨੇ ਆਪਣੇ ਕੰਨਾਂ ਨਾਲ ਔਰ ਅੱਖਾਂ ਨਾਲ ਮੱਝ ਵੀ ਵੇਖੀ ਹੈ ਤੇ ਦੁੱਧ ਵੀ ਵੇਖਿਆ ਨਾਜ਼ਰੀਨ ਅੱਜ ਦੀ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਜਿਹੜੇ ਥਣ ਦੇ ਮਸਾਇਲ ਬਣ ਜਾਂਦੇ ਨੇ ਛੋਟੇ ਮੋਟੇ ਥਣ ਤੇ ਖੁਸ਼ਕੀ ਆ ਜਾਂਦੀ ਹੈ ਉਹਦਾ ਇਲਾਜ ਕੀ ਹੈ ਔਰ ਰੈਗੂਲਰਲੀ ਸਾਨੂੰ ਕੀ ਕਰਨਾ ਚਾਹੀਦਾ ਤਾਂ ਕਿ ਥਣਾਂ ਦੇ ਮਸਾਇਲ ਪੈਦਾ ਨਾ ਹੋਣ ਇੱਕ ਹੋਰ ਬੜੀ ਇਜਾਜ਼ ਸਾਹਿਬ ਨੇ ਮਜ਼ੇ ਦੀ ਗੱਲ ਦੱਸੀ ਹੋ ਰਿਹਾ ਵੇ ਕਿ ਜਿਹੜੇ ਇਹ ਥਣ ਦੇ ਮਸਾਇਲ ਬਣਦੇ ਨੇ ਇਹ ਜਿਹੜੀ ਖੁਰਾਕ ਅਸੀਂ ਇਹਨਾਂ ਨੂੰ ਪਾਉਂਦੇ ਹਾਂ ਫੀਡ ਦਿੰਦੇ ਹਾਂ ਵੰਡਾ ਪਾਉਂਦੇ ਹਾਂ ਉਹਦੀ ਹੀਟ ਦੀ ਵਜ੍ਹਾ ਨਾਲ ਉਹਦੀ ਖੁਸ਼ਕੀ ਦੀ ਵਜ੍ਹਾ ਨਾਲ ਹੁੰਦਾ ਹੈ ਉਹਦੇ ਤੋੜ ਲਈ ਫਿਰ ਸਾਨੂੰ ਇਹ ਤੇਲ ਵੀ ਦੇਣਾ ਚਾਹੀਦਾ ਹੈ ਬਾਕੀ ਇਜਾਜ਼ ਸਾਹਿਬ ਬੜੇ ਹੀ ਮੈਚੋਰ ਬੰਦੇ ਨੇ ਸਿਆਣੇ ਬੰਦੇ ਨੇ ਕੰਮ ਨੂੰ ਜਾਣਦੇ ਨੇ ਔਰ ਬੜੇ ਅੱਛੇ ਤਰੀਕੇ ਨਾਲ ਡੰਗਰਾਂ ਦੇ ਕੰਮ ਨੂੰ ਕਰ ਰਹੇ ਨੇ ਨਾਜ਼ਰੀਨ ਅੱਜ ਦੀ ਵੀਡੀਓ ਬੜੀ ਅਹਿਮ ਹੈ ਵੀਡੀਓ ਐਂਡ ਤੱਕ ਵੇਖਣੀ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਵੀਡੀਓ ਨੂੰ ਲਾਈਕ ਵੀ ਕਰਨਾ ਹੈ ਤੇ ਆਓ ਇਜਾਜ਼ ਸਾਹਿਬ ਦੀਆਂ ਗੱਲਾਂ ਸੁਣਨੇ ਆ ਔਰ ਇਹਨਾਂ ਕੋਲੋਂ ਫਾਇਦੇ ਦੀਆਂ ਗੱਲਾਂ ਅਸੀਂ ਵੀ ਹਾਸਲ ਕਰਨੇ ਆ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਭਾਈਜਾਨ ਕੀ ਹਾਲ ਹੈ ਤੁਹਾਡਾ ਅਲਹਮਦੁਲਿਲਾ ਜੀ ਅੱਲਾ ਦਾ ਸ਼ੁਕਰ ਕੀ ਨਾਮ ਹੈ ਮੇਰੇ ਵੀਰ ਦਾ ਆਜ਼ਾਦ ਸੀਮਾ ਨਾਮ ਮੇਰਾ ਜੀ ਇਜਾਜ਼ ਸਾਹਿਬ ਕਿਹੜਾ ਪਿੰਡ ਜੇ ਇਹ ਵਸਣ ਕੇ ਚੀਮਾ ਜੀ ਵਸਣ ਕੇ ਚੀਮਾ ਮੇਨ ਇਲਾਕਾ ਡਸਕਾ ਦਸਕਾ ਜੀ ਠੀਕ ਹੋ ਗਿਆ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਆ ਮੈਨੂੰ ਮੈਕਸਿਮਮ ਸ਼ੁਰੂ ਤੋਂ ਬਚਪਨ ਤੋਂ ਕੰਮ ਕਰਦੇ ਜੇ ਪਏ ਠੀਕ ਹੋ ਗਿਆ ਤੇ ਉਸ ਤੋਂ ਪਹਿਲੇ ਤੁਹਾਡੇ ਵਾਲਾ ਸਭ ਕਰਦੇ ਹਨ ਜੀ ਵਾਲਾ ਸਾਹਿਬ ਕਰਦੇ ਨੇ ਉਹ ਫੌਤ ਹੋ ਗਏ ਨੇ ਉਸ ਤੋਂ ਬਾਅਦ ਇਹ ਵਿਰਾਸਤ ਚ ਮਿਲਿਆ ਜੇ ਮਾਸ਼ਾਅੱਲਾ ਤੇ ਵਿਰਾਸਤ ਚ ਕਿੰਨੇ ਡੰਗਰ ਮਿਲੇ ਹਨ ਤੁਹਾਨੂੰ ਵਿਰਾਸਤ ਚ ਤੇ ਪਹਿਲਾਂ ਥੋੜੇ ਹੀ ਹਜੇ ਕਿੰਨੇ ਕੁ 8 ਤੋਂ 10 ਡੰਗਰ ਸਨ ਤੇ ਹੁਣ ਮਾਸ਼ਾਅੱਲਾ ਕਿੰਨੇ ਕਰਾਉਣਗੇ ਹੁਣ ਤਕਰੀਬਨ ਹੈ ਜੇ 15 ਤੋਂ 20 ਡੰਗਰ ਨੇ 15 ਤੋਂ 20 ਡੰਗਰ ਛੋਟੇ ਵੱਡੇ ਜਾ ਸਾਰੇ ਪਾ ਕੇ ਜੀ ਨਹੀਂ ਵੱਡਾ ਹੀ ਜੇ ਵੱਡੇ 15 20 ਨੇ ਜੀ ਤੇ ਅਗਰ ਛੋਟੇ ਵੀ ਨਾਲ ਪਾ ਲਈਏ ਨਾਲ ਗਾਈਆਂ ਵੀ ਰੱਖੀਆਂ ਜੇ ਗਾਈਆਂ ਵੀ ਹਨ 2 ਗਾਈਆਂ ਨੇ ਬਾਕੀ ਮੱਝਾਂ ਨੇ ਤੇ ਮਾਸ਼ਾਅੱਲਾ ਟੋਟਲ ਕਿੰਨੇ ਤੁਹਾਡੇ ਕੋਲ ਇਸ ਟਾਈਮ ਜਾਨਵਰ ਹੋਗੇ ਤਕਰੀਬਨ 25-30 ਹੈ ਜਾਨਵਰ ਸਾਰੇ ਠੀਕ ਹੋ ਗਿਆ ਸਰ ਜੀ ਇਹ ਸਵਾਲ ਹੈ ਕਿ ਕਈ ਲੋਕ ਕਹਿੰਦੇ ਨੇ ਕਿ ਅੱਜ ਕੱਲ ਦਾ ਦੌਰ ਐਸਾ ਹੈ ਕਿ ਮੱਝਾਂ ਦਾ ਜਾਂ ਕੰਮ ਹੈ ਨਾ ਔਖਾ ਹੋ ਗਿਆ ਤੇ ਗਾਈਆਂ ਦਾ ਠੀਕ ਰਹਿੰਦਾ ਹੈ ਜੀ ਤੁਸੀਂ ਕੀ ਕਹਿੰਦੇ ਹੋ ਨਹੀਂ ਇੱਕੋ ਜਿਹਾ ਹੀ ਜੇ ਇੱਕੋ ਜਿਹਾ ਕਿਸ ਤਰ੍ਹਾਂ ਦੁੱਧ ਬਹੁਤਾ ਨਹੀਂ ਦੇਣੀਆਂ ਗਾਈਆਂ ਗਾਈਆਂ ਜ਼ਿਆਦਾ ਦਿੰਦੀਆਂ ਲੇਕਿਨ ਗਾਈਆਂ ਦੇ ਦੁੱਧ ਦੀ ਮਾਰਕੀਟ ਜ਼ਰਾ ਘੱਟ ਹੈ ਸਾਡੇ ਇਲਾਕੇ 'ਚ ਅੱਛਾ ਮੱਝਾਂ ਦਾ ਨਾਲ ਹੋਵੇ ਤੇ ਫਿਰ ਗਾਈਆਂ ਦਾ ਵੀ ਚੱਲ ਜਾਂਦਾ ਮੱਝਾਂ ਦਾ ਖਰਚਾ ਕਿੰਨੀ ਹੈ ਤੇ ਉਹ ਵਾਰਾ ਖਾ ਜਾਂਦੀਆਂ ਮੱਝਾਂ ਖਰਚਾ ਤੇ ਦੇਖੋ ਹਰ ਚੀਜ਼ ਤੇ ਹੁੰਦਾ ਜੇ ਗਾਈਆਂ ਤੇ ਵੀ ਖਰਚਾ ਹੁੰਦਾ ਵੇ ਤੇ ਤਾਂ ਹੀ ਉਹ ਦੁੱਧ ਦਿੰਦੀਆਂ ਨੇ ਅਗਰ ਉਹਨਾਂ ਦੇ ਖਰਚ ਨਹੀਂ ਕਰਾਂਗੇ ਤੇ ਉਹ ਦੁੱਧ ਨਹੀਂ ਦੇਣਗੀਆਂ ਮੱਝ ਤੇ ਵੀ ਅੱਛੀ ਮੱਝ ਜਿਹੜੀ ਉਹਦੇ ਤੇ ਵੀ ਖਰਚ ਕਰੀਏ ਅੱਛਾ ਤੇ ਉਹ ਗਾਈਆਂ ਦੇ ਹਿਸਾਬ ਹੀ ਉੱਥੇ ਹੀ ਟੁਰ ਜਾਂਦਾ ਹੈ ਤੁਹਾਡੀ ਅੱਛੀ ਮੱਝ ਐਵਰੇਜ ਕਿੰਨਾ ਕੁ ਦੁੱਧ ਦੇ ਜਾਂਦੀ ਅੱਛੀ ਮੱਝ ਜਿਹੜੀ ਹੈ ਉਹ ਤਕਰੀਬਨ 14 ਤੋਂ 15 ਕਿਲੋ ਇਸ ਟਾਈਮ ਦੇ ਰਹੀ ਹੈ ਅਗਰ ਵੰਡਾ ਅੱਛਾ ਕਰੀਏ ਤੇ ਉਹ ਤੇ ਆਪਣੀ ਯਾਨੀ ਕਪੈਸਿਟੀ ਦੇ ਹਿਸਾਬ ਨਾਲ ਹੀ ਹੈ ਅੱਛਾ ਜੀ ਤੇ 14 ਤੋਂ 15 ਕਿਲੋ ਦੁੱਧ ਦੇਣ ਵਾਲੀ ਮੱਝ ਕਿੰਨੇ ਦੀ ਲੱਭ ਜਾਂਦੀ ਨਗਦ ਨਗਰ ਜਿਹੜੀ ਹੈ ਤਕਰੀਬਨ 3 ਲੱਖ ਦੇ ਰਾਉਂਡ ਬਾਉਂਡ ਹੈ ਰਾਉਂਡ ਅਬਾਊਟ ਜੀ ਤੇ ਜਦਕਿ 14-15 ਕਿਲੋ ਦੁੱਧ ਦੇਣ ਵਾਲੀ ਗਾਂ ਤੇ 2 ਲੱਖ ਦੀ ਮਿਲ ਜਾਂਦੀ ਨਹੀਂ ਜ਼ਿਆਦਾ ਜੋ ਵੀ ਅੱਜ ਕੱਲ ਦੇਖੋ ਮਾਰਕੀਟ 'ਚ ਫਿਰੋ ਤੁਹਾਨੂੰ ਪਤਾ ਲੱਗੇਗਾ ਅੱਛਾ ਜੀ ਠੀਕ ਹੈ ਅੱਛਾ ਤੁਸੀਂ ਦੱਸ ਦਿਓ ਕਿ ਖਰਚ ਦੇ ਹਿਸਾਬ ਨਾਲ ਕਿਸ ਤਰ੍ਹਾਂ ਬਰਾਬਰ ਨੇ ਦੇ ਗਾਵਾਂ ਵੀ ਤੇ ਮੱਝਾਂ ਵੀ ਗਾਵਾਂ ਦੀ ਦੇਖੋ ਉਹਨਾਂ ਨੂੰ ਪੱਠੇ ਜ਼ਿਆਦਾ ਚਾਹੀਦੇ ਨੇ ਮੱਝਾਂ ਦੀ ਨਿਸਬਤ ਅੱਛਾ ਤੇ ਵੰਡਾ ਵੀ ਜ਼ਿਆਦਾ ਚਾਹੀਦਾ ਉਹਨਾਂ ਦੀ ਸਾਂਭ ਤੇ ਯਾਨੀ ਕਿ ਪਾਣੀ ਹਰ ਚੀਜ਼ ਨਾ ਉਹਨਾਂ ਨੂੰ ਮੱਝਾਂ ਦੀ ਨਿਸਬਤ ਜ਼ਿਆਦਾ ਚਾਹੀਦੀ ਹੈ ਫਿਰ ਉਹਨਾਂ ਦੀ ਜ਼ਿਆਦਾ ਹੋਣੀ ਚਾਹੀਦੀ ਹੈ ਇਸ ਵਜ੍ਹਾ ਤੋਂ ਉਹ ਦੁੱਧ ਜ਼ਿਆਦਾ ਦਿੰਦੀਆਂ ਉਹ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਿਕਸ ਰੱਖ ਕੇ ਕੰਮ ਚਲਾਈਏ ਜਾਂ ਫਿਰ ਮੱਝਾਂ ਅਲੱਗ ਜਾਂ ਫਿਰ ਗਾਵਾਂ ਜਿਹੜੀਆਂ ਨੇ ਉਹ ਅਲੱਗ ਵੀ ਰੱਖੀਆਂ ਜਾ ਸਕਦੀਆਂ ਨੇ ਕਮ ਅਜ਼ ਕਮ 5 ਮੱਝਾਂ ਹੋਣ ਤੇ ਇੱਕ ਗਾਂ ਹੋਣੀ ਚਾਹੀਦੀ ਹੈ 5 ਮੱਝਾਂ ਦੇ ਹਿਸਾਬ ਨਾਲ ਇੱਕ ਗਾਂ ਰੱਖਣੀ ਚਾਹੀਦੀ ਠੀਕ ਹੋ ਗਿਆ ਜ਼ਬਰਦਸਤ
ਤੇ ਉਂਝ ਦੁੱਧ ਦੇ ਲਿਹਾਜ਼ ਨਾਲ ਤੇ ਗਾਵਾਂ ਹੀ ਅੱਗੇ ਨੇ ਨਾ। ਗਾਵਾਂ ਹੀ ਅੱਗੇ ਨੇ, ਜ਼ਿਆਦਾ ਦਿੰਦੀਆਂ ਨੇ। ਤੇ ਕੀ ਮਿਕਸ ਕਰਕੇ ਦੁੱਧ ਵੇਚਦੇ ਪਏ ਤੁਸੀਂ? ਮਿਕਸ ਕਰਕੇ ਜੀ। ਕਿੰਨੇ ਰੁਪਏ ਵੇਚਦੇ ਪਏ? ਸਾਡੇ ਕੋਲ ਤੇ ਰੇਟ ਤਕਰੀਬਨ 80 ਤੋਂ 90 ਰੁਪਏ, ਯਾਨੀ 85 ਰੁਪਏ 90 ਰੁਪਏ ਇਹ ਦੋਧੀ ਦਾ ਰੇਟ ਹੈ? ਦੋ ਦੀ ਦਾ ਜੀ। ਜਿਹੜਾ ਕੋਈ ਪਿੰਡ ਘਰ ਉੱਥੇ ਵੇਚਦੇ ਹੋ ਘਰਾਂ 'ਚ? ਘਰਾਂ 'ਚ ਲੈਣੇ 100 ਰੁਪਏ ਦੇ। 100 ਰੁਪਏ ਵਿੱਚ, ਠੀਕ ਹੋ ਗਿਆ। ਅੱਛਾ ਇਹ ਦੱਸਿਓ ਕਿ ਤੁਹਾਡੇ ਡੇਲੀ ਦਾ ਤੁਹਾਡੇ ਫਾਰਮ ਦਾ ਮਾਸ਼ਾਅੱਲਾ ਦੁੱਧ ਕਿੰਨਾ ਹੋ ਜਾਂਦਾ? ਤਕਰੀਬਨ 2 ਤੋਂ 2.5 ਮਣ ਦੁੱਧ ਫਿਲਹਾਲ। ਕੁਛ ਡੰਗਰ ਵਿੱਚ ਸੌਣ ਵਾਲੇ ਨੇ, ਠੀਕ ਹੈ, ਕੁਛ ਖਾਂਗੜ ਨੇ, ਇਸ ਤਰ੍ਹਾਂ ਹੀ। ਸਹੀ ਹੋ ਗਿਆ। ਤੇ ਜਿਹੜੀ ਸਭ ਤੋਂ ਜ਼ਿਆਦਾ ਮੱਝ ਜਿਹੜੀ ਦੁੱਧ ਦਿੰਦੀ ਉਹ ਕਿੰਨਾ ਕੁ ਦੇ ਛੱਡਦੀ ਹੈ? ਉਹ ਤਕਰੀਬਨ 14-15 ਕਿਲੋ ਦੇ ਦੇਗੀ। ਉਹਨੂੰ ਕਿੰਨਾ ਕੁ ਵੰਡਾ ਪਾਉਂਦੇ ਹੋ? ਸਿਰਫ 5 ਕਿਲੋ। ਸਿਰਫ 5 ਕਿਲੋ? ਜੀ। ਯਾਨੀ 250 ਬਹੁਤ 2.5 ਸ਼ਾਮ ਨੂੰ। ਜੀ। ਅੱਛਾ ਅਕਸਰ ਸਾਨੂੰ ਨਾ ਲੋਕ ਪੁੱਛਦੇ ਨੇ ਕਿ ਸਭ ਤੋਂ ਬਿਹਤਰੀਨ ਵੰਡਾ ਕਿਹਨੂੰ ਕਹਿੰਦੇ ਹੋ ਤੁਸੀਂ? ਵੰਡੇ 'ਚ ਕੀ ਸ਼ਾਮਲ ਹੋਣਾ ਚਾਹੀਦਾ? ਵੰਡੇ 'ਚ ਤੇ ਦੇਖੋ ਇਹ ਕੋਈ ਚਾਵਲਾਂ ਦਾ ਪਾਊਡਰ ਹੈ, ਮਕਈ ਹੈ, ਅੱਛਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਮਿਕਸ ਕੀਤੀਆਂ ਨੇ, ਗੰਦਮ ਦਾ ਚੋਖਰ ਵਗੈਰਾ ਇਹ ਲੋ। ਠੀਕ ਹੈ। ਤੇ ਇਹ ਫਿਲਹਾਲ ਤੇ ਵੰਡਾ ਆ ਰਿਹਾ ਜਿਹੜਾ ਆਹ ਕੰਪਨੀਆਂ ਬਣਾ ਰਹੀਆਂ ਨੇ 90 ਠੀਕ ਹੈ। KB 90, ਇਹ ਅਸੀਂ ਤੇ ਇਸਤੇਮਾਲ ਕਰਦੇ ਜੇ। ਤੇ ਉਹ ਵੰਡੇ ਦਾ ਰਿਜ਼ਲਟ ਅੱਛਾ ਹੈ? ਰਿਜ਼ਲਟ ਅੱਛਾ ਹੈ, ਸਾਡੇ ਕੋਲ ਤੇ ਅੱਛਾ ਹੈ ਜੀ। ਅਸੀਂ ਵੈਸੇ ਸੁਣਿਆ ਸੀ ਕਿ ਉਹਦੇ ਨਾਲ ਡੰਗਰ ਅੱਗੂ ਬਣਦੇ ਨਹੀਂ। ਨਹੀਂ, ਸਾਰੇ ਡੰਗਰ ਇੱਕ ਤੇ ਜਲਦੀ ਬਣ ਜਾਂਦੇ ਨੇ ਉਹਦੇ ਨਾਲ। ਅੱਛਾ? ਉਹਦੇ ਨਾਲ ਹਾਂਜੀ, ਉਹਦੇ ਨਾਲ ਅਸੀਂ ਲੋਕ ਪੂਰਾ ਨਹੀਂ ਨਾ, ਯਾਨੀ ਪੂਰਾ ਆ ਨਹੀਂ ਸਕਦੇ। ਉਹਦੇ ਨਾਲ ਚਾਹੀਦਾ ਹਰ ਹਫਤੇ 2 ਦਫਾ ਡੰਗਰ ਨੂੰ ਨਾ 1 ਪਾਓ ਤੇਲ ਦੇਣਾ ਚਾਹੀਦਾ ਸਰਸੋਂ ਦਾ। ਹਰ ਹਫਤੇ? ਹਰ ਹਫਤੇ 'ਚ 2 ਦਫਾ ਤੇਲ ਸਰਸੋਂ ਦਾ ਦੇਣਾ ਚਾਹੀਦਾ, 1 ਪਾਓ ਇੱਕ ਮੱਝ ਨੂੰ। ਅਗਰ ਉਹ ਦਿੰਦੇ ਰਹੀਏ ਉਹਦੇ ਨਾਲ ਕੁਆਂਟੀਟੀ ਅੱਛੀ ਆਏਗੀ ਦੁੱਧ ਦੀ ਵੀ, ਤੇ ਦੂਸਰਾ ਡੰਗਰ ਵੀ ਸਹੀ ਰਹੇਗਾ, ਜਲਦੀ ਸਹੁਰੇਗਾ, ਬਣੇਗਾ, ਤੇ ਕੋਈ ਮਸਲਾ ਨਹੀਂ ਆਏਗਾ। ਤੁਹਾਡੀ ਗੱਲ ਤੋਂ ਮੈਨੂੰ ਇਹ ਸਮਝ ਆਈ ਹੈ ਕਿ ਜਿਹੜੇ ਲੋਕ ਸਾਨੂੰ ਕਹਿੰਦੇ ਨੇ ਜੀ ਵੰਡਾ ਬਹੁਤਾ ਪਾਈਏ ਤਾਂ ਉਹਦੇ ਨਾਲ ਵੀ ਮੱਝ ਖਰਾਬ ਹੋ ਜਾਂਦੀ ਹੈ, ਜਾਂ ਬਹੁਤ ਜ਼ਿਆਦਾ ਵੰਡਾ ਨਹੀਂ ਚੰਗਾ ਹੁੰਦਾ, ਪੱਠਾ ਵੀ ਨਾਲ, ਜਾਂ ਅਗਰ ਫਲਾਣਾ ਅਗਰ ਤੁਸੀਂ ਉਹਨੂੰ ਪਾਉਂਦੇ ਹੋ ਕੋਈ ਫੀਡ ਵਗੈਰਾ ਉਹਦੇ ਨਾਲ ਮੱਝ ਖਰਾਬ ਹੋ ਜਾਂਦੀ ਹੈ, ਤਾਂ ਉਹਦਾ ਮਤਲਬ ਹੈ ਕਿ ਉਹਨਾਂ ਨੂੰ ਜਾਂਚ ਨਹੀਂ ਹੁੰਦੀ। ਜਾਂਚ ਨਹੀਂ ਹੁੰਦੀ, ਉਹ ਪੂਰਾ ਡਾਕਟਰ ਉਹ ਨਾਲ ਦਿੰਦੇ ਨੇ। ਠੀਕ ਹੈ। ਇਹਦਾ ਯਾਨੀ ਕਿ ਕੇਅਰ ਕੀ ਹੈ, ਕੀ ਇਹਨਾਂ ਨੂੰ ਦੇਣਾ ਚਾਹੀਦਾ ਤੇ ਕੀ ਨਹੀਂ ਦੇਣਾ ਚਾਹੀਦਾ। ਠੀਕ ਹੋ ਗਿਆ। ਯਾਨੀ ਕਿ ਸਾਨੂੰ ਇਹ ਵੀ ਵੇਖਣਾ ਕਿ ਜਿਹੜਾ ਅਸੀਂ ਉਹਦਾ ਪਾ ਰਹੇ ਹਾਂ ਆਪਣਾ ਸੋਰਾ ਵੰਡਾ ਪਾ ਰਹੇ ਹਾਂ ਉਹਦੇ ਵਿੱਚ ਕੀ ਕੀ ਚੀਜ਼ ਹੈ ਜਿਹੜੀ ਨਾਲ ਗਰਮ ਨੂੰ ਕਰਦੀ ਹੈ ਜਾਂ ਗਰਮ ਕਰਦੀ ਹੈ ਔਰ ਖੁਸ਼ ਕਰਦੀ ਹੈ ਡੰਗਰ ਨੂੰ। ਠੀਕ ਹੈ। ਤੇ ਉਹਦੇ ਨਾਲ ਫਿਰ ਦੂਜੇ ਨਾਲ ਤੇਲ ਦਈਏ ਡੰਗਰ ਨੂੰ, ਉਹ ਸਾਰਾ ਯਾਨੀ ਬਿਹਤਰੀਨ ਰਹੇਗਾ ਸਿਸਟਮ। ਡੰਗਰ ਦਾ ਅੰਦਰ ਦਾ ਸਿਸਟਮ ਬਿਹਤਰੀਨ। ਇਹ ਹੁਣ ਮੈਂ ਮੱਝ ਚੋ ਰਿਹਾ, ਇਹਦੇ ਆ ਖੁਸ਼ਕੀ ਹੈ ਥਣਾ ਨੂੰ। ਅੱਛਾ, ਇਹਨੂੰ ਤੇਲ ਦੀ ਜ਼ਰੂਰਤ ਹੈ, ਅਸ਼ਰ ਜ਼ਰੂਰਤ ਹੈ। ਠੀਕ ਹੈ। ਇਹ ਭਾਇਓ ਜਰਾ ਇੱਕ ਜੀ, ਇਹ ਥਣਾ ਨੂੰ ਖੁਸ਼ਕੀ, ਥਣ ਫਟ ਦੇਣੇ ਪਏ। ਤੇ ਥਣਾ ਦਾ ਕੀ ਤੁਸੀਂ ਇਲਾਜ ਕਰਦੇ ਹੋ? ਥਣਾ ਦਾ ਕੋਈ ਇਲਾਜ ਨਹੀਂ ਹੈ। ਅਗਰ ਡੰਗਰ ਨੂੰ ਅੰਦਰੋਂ ਅਸੀਂ ਤੇਲ ਦਈਏ 1 ਪਾਓ ਹਫਤੇ ਦੇ ਵਿੱਚ, ਤੇ ਇਹ ਆਟੋਮੈਟਿਕਲੀ ਖਤਮ ਹੋ ਜਾਏਗਾ। ਯਾਨੀ ਇਹ ਜਿਹੜਾ ਤੁਹਾਨੂੰ ਦੱਸਿਆ ਕਿ ਇਹਨੂੰ ਖੁਸ਼ਕੀ ਹੈ ਤੇ ਉਹਦਾ ਉਹ ਨਜ਼ਰ ਆ ਰਹੀ ਹੈ ਕਿ ਉਹ ਖੇੜਾ ਜਿਹਾ ਬਣਿਆ। ਜੀ ਬਿਲਕੁਲ, ਇਹ ਜ਼ਖਮ ਹੋ ਜਾਂਦੇ ਨੇ, ਫੁੱਟ ਜਾਂਦੇ ਨੇ ਥਾਂ। ਤੇਲ ਦੇਣਾ ਆਪਣਾ ਆਟੋਮੈਟਿਕਲੀ ਆਟੋਮੈਟਿਕਲੀ ਠੀਕ ਹੋ ਜਾਏਗਾ। ਅੱਗੇ ਵੀ ਇੰਜ ਹੋਇਆ ਕਦੀ? ਅੱਗੇ ਵੀ ਹੁੰਦਾ ਹੈ। ਮੈਂ ਹੁਣ ਦਿੱਤਾ ਨੇ, ਕੱਲ ਦਾ ਤੇਲ ਹੈ, ਜ਼ਿਆਦਾ ਸੀ, ਖੂਨ ਆਉਂਦਾ ਸੀ। ਅੱਛਾ। ਦੇਖੋ ਖੁਸ਼ਕ ਹੋ ਗਿਆ। ਕੱਲ ਪਰਸੋਂ ਦਾ ਤੇਲ ਦਿੱਤਾ ਹੈ, ਜ਼ਖਮ ਖੁਸ਼ਕ ਹੋ ਗਿਆ। ਠੀਕ ਹੋ ਗਿਆ। ਮਜ਼ੀਦ 1-2 ਦਿਨ ਇਹਨੂੰ ਤੇਲ ਹੋਰ ਦਿੱਤਾ ਜਾਏਗਾ, ਬਿਲਕੁਲ ਸਹੀ ਹੋ ਜਾਏਗਾ ਥਾਂ। ਤੇ ਇਹ ਅਗਰ ਜਾ ਸਾਹਿਬ ਦੱਸਿਓ ਕਿ ਬਾਅਦ ਕਦ ਕੋਈ ਜਾਨਵਰ ਦਾ ਥਣ ਵੱਡਾ ਕੋਈ ਛੋਟਾ ਬਰਾਬਰ ਨਹੀਂ ਰਹਿੰਦਾ, ਉਹ ਕੀ ਵਜ੍ਹਾ ਹੁੰਦੀ ਹੈ? ਉਹ ਇਹੀ ਕੋਈ ਨੁਕਸ, ਕੋਈ ਸਾੜੂ ਪੈ ਜਾਂਦਾ ਹੈ, ਇਸ ਤਰ੍ਹਾਂ ਦਾ ਤੋ ਮਸਲਾ ਫਿਰ ਹੁੰਦਾ ਕੀ ਹੈ। ਉਹਨੂੰ ਬਰਾਬਰ ਕਿਸ ਤਰ੍ਹਾਂ ਕਰੀਏ? ਉਹ ਜਦੋਂ ਸੌਣ ਵਾਲੀ ਹੁੰਦਾ ਡੰਗਰ, ਉਦੋਂ ਇਹਨੂੰ ਯਾਨੀ ਕਿ ਨਿੰਬੂ ਸ਼ਿਬੂ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ, ਤਾਂ ਫਿਰ ਇਹ ਠੀਕ ਰਹਿੰਦਾ। ਅੱਛਾ, ਤੁਸੀਂ 2.5 ਮਣ ਦੁੱਧ ਦੱਸਿਆ ਤੇ ਰੇਟ ਤੁਹਾਨੂੰ ਦੱਸਿਆ 85 ਜੀ। ਤੇ ਕਿੰਨੇ ਤੁਹਾਡੇ ਮਤਲਬ ਡੇਲੀ ਦੀ ਇਨਕਮ ਆ ਜਾਂਦੀ ਹੈ? ਦੇਖੋ ਅਸੀਂ ਤਕਰੀਬਨ ਅੱਧਾ ਖਰਚਾ ਆ ਜਾਂਦਾ ਵੇ, ਅੱਛਾ, ਤੇ ਦੂਸਰਾ ਅੱਧੇ ਪੈਸੇ ਬਚ ਜਾਂਦੇ ਨੇ ਸਾਨੂੰ। ਯਾਨੀ ਕਿ ਠੀਕ ਹੈ 4000 ਰੁਪਇਆ ਜਿਹੜਾ ਨਾ ਖਰਚਾ ਆ ਜਾਂਦਾ। ਹਾਂਜੀ, ਸਹੀ ਹੈ। ਤੇ 4000 ਬਚ ਜਾਂਦਾ। ਬਚ ਜਾਂਦਾ। ਹਾਂਜੀ। ਕਿੰਨੇ ਪੱਠੇ ਬੀਜਦੇ ਹੋ ਪਿਆਨੇ ਜਾਨਵਰਾਂ ਵਾਸਤੇ? ਤਕਰੀਬਨ 5 ਕਿੱਲੇ, 5 5 ਕਿੱਲੇ ਪੱਠੇ ਹੁੰਦੇ ਨੇ ਸਾਡੇ। ਤੇ ਉਹ ਤੁਹਾਡੀ ਪਹਿਲੀ ਆਪਣੀ ਹੈ? ਕੁਛ ਆਪਣੀ ਹੈ, ਕੁਛ ਠੇਕੇ ਤੇ, ਇਸੇ ਤਰ੍ਹਾਂ ਹੀ ਬਸ। ਅੱਛਾ, ਮੁੱਲ ਪੱਠੇ ਲੈਣਾ ਬਿਹਤਰ ਹੈ ਜਾਂ ਠੇਕੇ ਤੇ ਪਹਿਲੀ ਲੈਣਾ ਬਿਹਤਰ ਹੈ? ਪਹਿਲੀ ਠੇਕੇ ਤੇ ਲੈ ਕੇ ਤੇ ਪੱਠੇ ਬੀਜ ਲਈ, ਉਹਦੇ 'ਚ ਬਿਹਤਰ ਹੈ, ਯਾਨੀ ਕਿ ਫਾਇਦਾ। ਉਹਦਾ ਹਿਸਾਬ ਲਾ ਕੇ ਦੱਸਿਓ ਕਿਸ ਤਰ੍ਹਾਂ? ਤਕਰੀਬਨ ਮੁੱਲ ਪੱਠੇ ਲਾਂਗੇ ਤੇ ਸਾਨੂੰ 1 ਕਿੱਲਾ 1 ਕਿਲੋ ਜਿਹੜਾ ਸਟਾਲੇ ਦਾ ਪਹਿਲਾ 5000 ਕਨਾਲ ਦੇ ਹਿਸਾਬ ਨਾਲ 40000 ਦਾ ਪਏਗਾ। ਠੀਕ ਹੈ। ਉਹ ਤਕਰੀਬਨ 6 ਤੋਂ 7 ਲੋ ਹੁੰਦੇ ਨੇ ਸਟਾਲਾ। ਠੀਕ ਹੈ। ਤੇ ਉਸ ਤੋਂ ਬਾਅਦ ਉਹ ਤਕਰੀਬਨ ਅਗਰ ਅਸੀਂ ਮੁੱਲ ਲਾਂਗੇ ਕਿੱਲਾ ਇਕੱਠਾ ਹੀ ਤੋੜ ਵਾਸਤੇ, ਉਹ 1 ਲੱਖ ਤੋਂ ਉੱਪਰ ਮਿਲੇਗਾ ਸਾਨੂੰ। ਠੀਕ ਹੈ। ਅਗਰ ਠੇਕੇ ਤੇ ਲਾਂਗੇ 50000 ਰੁਪਇਆ ਠੇਕਾ ਸਾਲ ਦਾ, ਅੱਛਾ, ਕਿੱਲੇ ਦਾ 50 ਤੋਂ 60000 ਰੁਪਇਆ, ਤੇ ਉਹਦੇ 'ਚ ਅਸੀਂ ਸਟਾਲਾ ਵੀ ਬੀਜਾਂਗੇ, ਉਸ ਤੋਂ ਬਾਅਦ ਜਵਾਰ ਵਗੈਰਾ ਵੀ ਬੀਜਾਂਗੇ। ਉਹ ਤੇ ਕਿੰਨਾ ਖਰਚਾ ਆਈਏਗਾ? ਬੀਜਣ ਤੇ ਪਾਣੀ ਛਾਣੀ ਤੇ ਉਹ ਸਾਰੀ ਬੁਆਈ? ਜੀ, ਹਰ ਚੀਜ਼ ਤੇ ਪੂਰੇ ਸਾਲ ਦਾ ਖਰਚਾ 1 ਲੱਖ ਰੁਪਇਆ ਨਹੀਂ ਆਏਗਾ। ਯਾਨੀ ਕਿ ਤੁਹਾਡੀ ਨਜ਼ਰ 'ਚ ਠੇਕਾ ਬਿਹਤਰ ਹੈ? ਠੇਕਾ ਬਿਹਤਰ ਹੈ। ਸਹੀ ਹੋ ਗਿਆ। ਤੇ ਜਿਹੜੇ ਤੁਸੀਂ 5 ਕਿੱਲੇ ਦੱਸੇ ਨੇ ਜੀ, 5 ਕਿੱਲੇ, ਉਹਦੇ ਵਿੱਚ ਤੁਹਾਡੇ ਆਪਣੇ ਕਿੰਨੇ ਹੁੰਦੀ ਹੈ ਫਸਲ ਤੇ ਮੁੱਲ ਕਿੰਨੀ ਆਪਣਾ ਠੇਕੇ ਵਾਲੀ ਕਿੰਨੀ ਲੈਂਦੇ ਹੋ? ਤਕਰੀਬਨ ਅੱਧੀ ਹੈ। ਅੱਛਾ, ਠੀਕ ਹੈ। 2-2.5 ਕਿੱਲੇ ਆਪਣੇ ਨੇ ਹੁੰਦੇ ਨੇ ਤੇ 2-2.5 ਕਿੱਲੇ ਠੇਕੇ ਤੇ। ਸਹੀ ਹੋ ਗਿਆ। ਤੇ ਜਿਹੜੀ ਜਿਹੜਾ ਮੱਝ ਹੈ ਜੀ, ਇਹ ਤਕਰੀਬਨ ਇਹਦਾ ਠੰਡਾ ਕਰਕੇ ਦੁੱਧ 6 ਕਿਲੋ ਹੈ ਪਹਿਲੇ ਟਾਈਮ
ਇੱਕ ਟਾਈਮ ਦਾ ਜੀ। ਪਹਿਲੇ ਟਾਈਮ ਕਿੰਨਾ ਦਿੰਦੀ ਹੈ? ਪਹਿਲੇ ਟਾਈਮ ਉਹ ਇਸ ਤੋਂ ਕਿਲੋ ਕੋ ਜ਼ਿਆਦਾ ਹੁੰਦਾ ਹੈ ਯਾਨੀ 7 ਕਿਲੋ ਉਦੋਂ ਤੇ 6 ਕਿਲੋ ਹੁਣ ਜੀ। ਆ ਤੇ 13 ਕਿੰਨੇ ਕਿਲੋ ਸੂਏ ਹੈ? ਇਹਨੂੰ ਅੱਗੋਂ ਵੀ 4 ਮਹੀਨੇ ਹੋ ਗਏ ਜੇ ਸੂਣ ਵਾਲੀ ਨੂੰ। ਅੱਛਾ ਦੂਸਰੇ ਸੂਏ ਸੂਈ ਜੇ। ਮਾਸ਼ਾਅੱਲਾ ਜ਼ਿੰਦਾਬਾਦ। ਕਿੱਥੋਂ ਲੈ ਕੇ ਆਏ ਸੋ? ਇਹ ਜਨਾਬ ਖਾਸ ਮੰਡੀ ਆਰਫ ਵਾਲੇ ਤੋਂ ਆਈ। ਅੱਛਾ ਤੇ ਕਿੰਨੇ ਦੀ ਲਿਆਂਦੀ ਹਜੇ? ਇਹ ਤਕਰੀਬਨ 2.5 ਲੱਖ ਦੀ ਆਈ ਹਜੇ ਉੱਥੋਂ ਜਾ ਕੇ? ਜੀ। ਤੇ ਹੁਣ ਅਗਰ ਕੋਈ ਲੈ ਤੇ ਕਿੰਨੇ ਦੀ ਵੇਚਦੇ ਹੋ? ਹੁਣ ਤੇ ਫਿਲਹਾਲ ਨਹੀਂ ਵੰਨ ਤੇ ਨਹੀਂ ਹੈ, ਖੰਗੜੀ ਹੈ ਅੱਛਾ ਤੇ ਅਸੀਂ ਵੇਚਦੇ ਨਹੀਂ। ਜੇ ਤਿਆਰ ਹੋਵੇ ਤੇ 3.5 ਲੱਖ ਦੀ ਮੱਝ ਹੈ। ਮਾਸ਼ਾਅੱਲਾ 3.5 ਤੋਂ 4 ਲੱਖ ਦੀ ਜ਼ਬਰਦਸਤ ਹੈ, ਜ਼ਬਰਦਸਤ। ਜੀ ਤੁਸੀਂ ਰਾਜ਼ੀ ਹੋ ਇਹਦੇ ਤੋਂ? ਜੀ। ਸਰ ਜੀ ਅਲਹਮਦੁਲਿਲਾ। ਕੀ ਨਿਸ਼ਾਨੀਆਂ ਹੁੰਦੀਆਂ ਨੇ ਇਹੋ ਜਿਹੀਆਂ ਮੱਝ ਦੀਆਂ ਜਿਹੜੇ ਚੰਗਾ ਦੁੱਧ ਦਿੰਦੀਆਂ ਨੇ, ਪਤਾ ਨਹੀਂ ਚੱਲਦਾ? ਇਹ ਮੱਝ ਇਹ ਨਸਲ ਦਿਸ ਪੈਂਦੀ ਹੈ ਡੰਗਰਾਂ ਨੂੰ ਟੋਰ ਫੇਰ ਕੇ ਥਣਾ ਦਾ ਝੱਡੇ ਦਾ। ਹੁਣ ਇਹਨੇ ਦੂਸਰੇ ਸੂਏ ਸੁਣਾ? ਦੂਸਰੇ ਸੂਏ ਸੂਈ ਹੈ। ਅੱਛਾ ਅੱਛਾ। ਹੁਣ ਅੱਗੋਂ ਤੀਸਰੇ ਸੋਣਾ ਫਿਰ। ਤੇ ਜਦੋਂ ਮੈਂ ਬਿਲਕੁਲ ਸੂਈ ਹੁੰਦੀ ਉਦੋਂ ਕਿੰਨਾ ਦੁੱਧ ਹੁੰਦਾ ਇਹਦਾ ਜ਼ਿਆਦਾ? ਉਦੋਂ ਇਹਦਾ ਜ਼ਿਆਦਾ ਜ਼ਿਆਦਾ ਇਹ ਬਾਲਟੀ ਯਾਨੀ ਦੁਬਾਰਾ ਰੱਖਣੀ ਪੈਂਦੀ ਹੈ ਥੱਲੇ। ਅੱਛਾ ਤਕਰੀਬਨ 8 ਤੋਂ 9 ਕਿਲੋ ਦੁੱਧ ਇੱਕ ਟਾਈਮ ਦਾ ਦਿੰਦੀ ਹੈ। ਕੀ ਬਾਤ ਹੈ, ਜ਼ਿੰਦਾਬਾਦ ਜ਼ਿੰਦਾਬਾਦ। ਠੀਕ ਹੋ ਗਿਆ। ਇਹਨੇ 20 ਤੱਕ ਟੁਰ ਜਾਂਦੀ ਆਰਾਮ ਨਾਲ? ਹਾਂ 20 ਦੇ ਰਾਉਂਡ ਬਾਉਂਡ ਰਹਿੰਦੀ ਹੈ। ਸਹੀ ਹੋ ਗਿਆ। ਤੇ ਸਰਦੀਆਂ ਗਰਮੀਆਂ ਵੀ ਇਹੀ ਰੇਸ਼ੋ ਰਹਿੰਦੀ ਹੈ ਜਾਂ? ਇਹ ਰੇਸ਼ੋ ਰਹਿੰਦੀ ਹੈ। ਅਗਰ ਇਹਦੀ ਅਸੀਂ ਪੂਰੀ ਕੇਅਰ ਕਰੀਏ ਤੇ ਇਸ ਤੋਂ ਜ਼ਿਆਦਾ ਵੀ ਕਰਦੀ ਹੈ। ਸੂਆ ਟੋਇਆ ਕਿੰਨੇ ਕੁ ਮਹੀਨੇ ਹੋ ਗਏ ਨੇ ਇਹਨੂੰ? ਇਹਨੂੰ ਤਕਰੀਬਨ ਹੋ ਗਏ ਜੇ 4 ਮਹੀਨੇ ਅੱਗੇ ਤੇ 5 ਤਕਰੀਬਨ 1 ਸਾਲ ਹੋ ਚੱਲਿਆ ਸੂਈ ਨੂੰ। ਤੇ ਅਜੇ ਵੀ ਇਹਨਾਂ ਦੁੱਧ ਦੇ ਰਹੀ ਜੀ। ਪਿੱਛੇ ਕੀ ਇਹਦੇ? ਇਹਦੇ ਪਿੱਛੇ ਕੱਟਾ ਹਜੇ ਉਹ ਮੈਂ ਵੇਚ ਛੜਿਆ ਤਕਰੀਬਨ 1 ਸਾਲ ਦਾ ਕਰਕੇ। ਅੱਛਾ। ਤਕਰੀਬਨ 20,000 ਰੁਪਏ ਦਾ। ਉਹ ਵੀ ਤੁਹਾਨੂੰ ਪ੍ਰੋਫਿਟ ਹੋ ਗਿਆ? ਜੀ ਉਹ ਫਾਇਦਾ ਹੀ ਫਾਇਦਾ। ਇਹ ਮਾਈ ਤੁਹਾਡਾ ਰੋਜ਼ਾਨਾ ਖਾਂਦੀ ਕਿ ਨਾ ਕਿ? ਤਕਰੀਬਨ ਵੇਖੋ ਜੀ 50 ਰੁਪਏ ਦੇ ਹਿਸਾਬ ਨਾਲ 250 ਹੂੰ 250 ਰੁਪਏ ਦਾ ਇਹ ਵੰਡਾ ਖਾਂਦੀ ਜੇ ਅੱਛਾ। ਤੇ ਕੋਈ 500 ਰੁਪਏ ਦੇ ਯਾਨੀ 400 ਦੇ ਪੱਠੇ। ਯਾਨੀ 750 ਖਾ ਜਾਂਦੀ? ਆ ਤਕਰੀਬਨ ਇੰਨਾ ਹੀ 700 750 ਖਾ ਜਾਂਦੇ। ਜ਼ਿੰਦਾਬਾਦ ਜ਼ਿੰਦਾਬਾਦ ਬਾਕੀ ਇਹਦਾ ਸਰ। ਫਾਇਦਾ ਹੀ ਜੇ। ਤੁਸੀਂ ਕਮਾਲ ਦੀਆਂ ਗੱਲਾਂ ਕੀਤੀਆਂ ਨੇ, ਬਹੁਤ ਸ਼ੁਕਰੀਆ। ਕੋਈ ਫੋਨ ਨੰਬਰ ਹੈ ਤੁਹਾਡਾ? ਜੀ ਬਿਲਕੁਲ। ਬੋਲਿਆ ਜੀ। 0307 ਜੀ 6867906 ਸਰ, ਯਾਨੀ ਬਹੁਤ 68 69 906। ਬਹੁਤ ਸ਼ੁਕਰੀਆ ਸਰ। ਅਸਲਾਮ ਵਾਲੇਕੁਮ। ਜੀ ਵਾਲ